ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਾਦੋਏ ਪਰਮ ਭੁਲਾਣੀਆ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਭਾਦੋਏ ਪਰਮ ਭੁਲਾਣੀਆ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸਸੀ, ਤਿਤ ਵੇਲੇ ਕਹਿਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੈ ਨਾ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਗੁਰਤਾ ਗੱਦੀ ਤੇ ਬਿਰਾਜਮਾਨ। ਚਵਰ ਛਤਰ ਤਖਤ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਸਤਸੰਗੀ ਜਨੋ, ਅੱਜ ਭਾਦੋਂ ਦਾ ਮਹੀਨਾ ਚੜ੍ਹਿਆ ਹੈ। ਜੋ ਉਪਦੇਸ਼ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਮਹੀਨੇ ਦੇ ਵਿੱਚ ਕੀਤਾ ਹੈ, ਉਹਨਾਂ ਦੀ ਵਿਚਾਰ ਕਰਨੀ ਹੈ। ਪੰਚਮ ਪਾਤਸ਼ਾਹ ਆਪ ਵਿੱਚ ਵਰਤਣ ਤੇ ਆਪ ਹੀ ਆਪਣੇ ਮੋਲਕ ਬਚਨਾਂ ਦੇ ਵਿਚਾਰ ਕਰਵਾ ਲੈਣ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਵੋ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਭਾਦੋਏ ਪਰਮ ਭੁਲਾਣੀਆਂ, ਦੂਜੈ ਲੱਗਾ ਹੀ। ਭਾਦੋਏ ਤੋਂ ਭਾਵ ਦੋ ਭਾਵ, ਦੋ ਅਵਸਥਾਵਾਂ। ਖਿਣ ਵਿੱਚ ਵਰਖਾ ਪੈ ਜਾਣੀ ਤੇ ਖਿਣ ਵਿੱਚ ਧੁੱਪ ਨਿਕਲ ਜਾਣੀ। ਕਦੇ ਠੰਡ ਪੈ ਜਾਣੀ, ਕਦੇ ਗਰਮੀ ਹੋ ਜਾਣੀ। ਕਦੇ ਜ਼ੋਰ ਦਾ ਵੱਟ ਪੈ ਜਾਣਾ, ਕਦੇ ਜ਼ੋਰ ਦੀ ਠੰਡੀ ਹਵਾ ਚੱਲ ਪੈਣੀ। ਇੱਕੋ ਮਹੀਨੇ ਦੇ ਅੰਦਰ ਦੋ ਤਰ੍ਹਾਂ ਦੇ ਭਾਵ, ਕਦੇ ਕਰੜੀ ਧੁੱਪ, ਕਦੇ ਠੰਡੀ ਬੁਹਾਰ। ਫਿਰ ਕਦੀ ਵੱਟ ਪੈ ਜਾਣਾ ਤੇ ਕਦੇ ਠੰਡੀ ਹਵਾ ਚੱਲ ਪੈਣੀ। ਇਹ ਦੋ ਵਿਪਰੀਤ ਅਵਸਥਾਵਾਂ ਇੱਕੋ ਮਹੀਨੇ ਦੇ ਵਿੱਚ ਵਾਪਰਦੀਆਂ ਨੇ। ਇਸ ਕਰਕੇ ਇਸ ਮਹੀਨੇ ਦਾ ਨਾਮ ਰੱਖਿਆ ਗਿਆ ਹੈ ਭਾਦੋਂ। ਭਾਦੋਂ ਮਹੀਨੇ ਦਾ ਉਪਦੇਸ਼ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ, ਭਾਦੋਏ ਪਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਭਾਦੋਂ ਮਹੀਨੇ ਦਾ ਉਪਦੇਸ਼
ਜੀਵ ਇਸਤਰੀ ਭਰਮ ਵਿੱਚ ਹੈ, ਭੁਲੇਖੇ ਵਿੱਚ। ਉਹਦਾ ਪ੍ਰਮਾਤਮਾ ਦੇ ਨਾਲ ਵੀ ਹਿੱਤ ਹੈ, ਪਰ ਦੂਜੇ ਪਾਸੇ ਹੋਰ ਨਾਲ ਵੀ ਪਿਆਰ ਕਰਦੀ ਹੈ। ਵਿਪਰੀਤ ਦਿਸ਼ਾ ਵਿੱਚ ਵੀ ਉਸ ਦੀਆਂ ਮਾਨਸਿਕ ਬਿਰਤੀਆਂ ਜਾ ਰਹੀਆਂ ਹਨ। ਦੋਵੇਂ ਪਾਸੇ ਦੀ ਖਿੱਚ, ਦੋ ਪਾਸੇ ਦੀ ਭਾਵਨਾ, ਖਿਣ ਵਿੱਚ ਸ਼ਾਂਤਮਈ ਹੋ ਜਾਣਾ, ਖਿਣ ਵਿੱਚ ਕ੍ਰੋਧੀ। ਅਕਸਰ ਦੇਖਣ ਦੇ ਵਿੱਚ ਆਇਆ ਹੈ, ਬਹੁਤ ਮਨੁੱਖਤਾ ਭਾਦਰੋਂ ਦਾ ਮਹੀਨਾ ਬਣ ਕੇ ਰਹਿ ਜਾਂਦੇ ਨੇ। ਕਦੇ ਬੜੇ ਸ਼ਾਂਤਮਈ ਤੇ ਕਦੇ ਬੜੇ ਕ੍ਰੋਧੀ, ਕਦੇ ਬੜੇ ਦਇਆਵਾਨ ਬਣਦੇ ਨੇ ਤੇ ਕਦੇ ਬੜੇ ਕਠੋਰ ਬਣ ਜਾਂਦੇ ਨੇ। ਕਦੇ ਬੜੇ ਮਿਲਣਸਾਰ ਦਿਖਾਈ ਦਿੰਦੇ ਨੇ ਤੇ ਕਦੇ ਬੜੀ ਘਿਰਣਾ ਤੇ ਨਫ਼ਰਤ ਨਾਲ ਭਰੇ ਨਜ਼ਰ ਆਉਂਦੇ ਨੇ। ਦੋ ਤਰ੍ਹਾਂ ਦੇ ਭਾਵ ਜਿਸ ਮਨੁੱਖ ਦੇ ਅੰਦਰ, ਇਹ ਦੋ ਅਵਸਥਾਵਾਂ ਬਣੀਆਂ ਰਹਿਣ ਜਿਸ ਮਨੁੱਖ ਦੇ ਅੰਦਰ, ਉਹ ਤੇ ਇਸ ਤਰ੍ਹਾਂ ਹੈ ਜਿਵੇਂ ਭਾਦਰੋਂ ਦਾ ਮਹੀਨਾ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਨੇ ਕਿ ਭਰਮ ਪੈਦਾ ਹੋ ਗਿਆ ਹੈ। ਭਾਵ ਜੋ ਸਮਝੀਏ ਉਹ ਹੋਵੇ ਨਾ, ਉਸ ਨੂੰ ਕਹਿੰਦੇ ਨੇ ਭਰਮ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਵੀ ਜੈਸਾ ਮੰਨੀਏ ਉਹ ਹੋਵੇ ਨਾ, ਉਸ ਨੂੰ ਕਹਿੰਦੇ ਨੇ ਭਰਮ। ਜਿਵੇਂ ਹਨੇਰੇ ਦੇ ਵਿੱਚ ਪਈ ਰੱਸੀ ਸੱਪ ਜਾਪਦੀ ਹੈ, ਸੱਪ ਦਿਖਾਈ ਦਿੰਦੀ ਹੈ, ਪਰ ਅਸਲ ਦੇ ਵਿੱਚ ਸੱਪ ਹੈ ਨਹੀਂ। ਭਰਮ ਹੈ, ਭੁਲੇਖਾ ਹੈ। ਜਗਤ ਦੇ ਵਿੱਚ ਜੀਵਾਂ ਨੂੰ ਜਿਨ੍ਹਾਂ ਪਦਾਰਥਾਂ ਵਿੱਚ ਰਸ ਦਿਖਾਈ ਦਿੰਦਾ ਹੈ, ਸੁਖ ਨਜ਼ਰ ਆਉਂਦਾ ਹੈ, ਪਰ ਅਸਲ ਦੇ ਵਿੱਚ ਸੁਖ ਹੈ ਨਹੀਂ। ਭਰਮ ਹੈ, ਭੁਲੇਖਾ ਹੈ, ਭਟਕਣਾ ਹੈ। ਸੁਖ ਤਾਂ ਕੇਵਲ ਸਿਮਰਨ ਦੇ ਵਿੱਚ ਹੈ। ਪਦਾਰਥ ਤਾਂ ਕੇਵਲ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ, ਸੁਖ ਨਹੀਂ ਦੇ ਸਕਦੇ, ਆਨੰਦ ਨਹੀਂ ਦੇ ਸਕਦੇ। ਲੋੜਾਂ ਦਾ ਪੂਰਾ ਹੋ ਜਾਣਾ ਹੋਰ ਗੱਲ ਹੈ, ਸੁਖ ਤੇ ਆਨੰਦਿਤ ਹੋ ਜਾਣਾ ਇਹ ਅਵਸਥਾ ਹੋਰ ਹੈ। ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਕਿ ਭਰਮ ਪੈਦਾ ਹੋ ਗਿਆ ਹੈ ਤੇ ਭਰਮ ਦੇ ਵਿੱਚ ਠੋਕਰਾਂ ਹੀ ਨੇ। ਦੂਜੇ ਪਾਸੇ ਦਾ ਜਿਹੜਾ ਪਿਆਰ ਹੈ ਉਹਦੇ ਵਿੱਚ ਠੋਕਰਾਂ ਨੇ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀ। ਲੱਖਾਂ ਤਰ੍ਹਾਂ ਦੇ ਧਾਰਮਿਕ ਅਡੰਬਰ ਕੀਤੇ, ਵਰਤ ਰੱਖਿਆ, ਪੁੰਨਿਆ ਤੇ ਮੱਸਿਆ ਮਨਾਈ, ਤੀਰਥਾਂ ਦੀ ਯਾਤਰਾ ਕੀਤੀ, ਤਰ੍ਹਾਂ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਪਰ ਅੰਦਰ ਭਰਮ ਹੈ, ਅੰਦਰ ਦੋ ਭਾਵ ਨੇ। ਮਿਲਾਪ ਦਾ ਜੋ ਕੰਮ ਹੈ ਉਹ ਸਿਰੇ ਨਹੀਂ ਚੜ ਰਿਹਾ, ਪ੍ਰਭੂ ਮਿਲਣਾ ਨਸੀਬ ਨਹੀਂ ਹੋ ਰਿਹਾ। ਸਾਰੇ ਦਾ ਸਾਰਾ ਕੀਤਾ ਹੋਇਆ ਜਿਹੜਾ ਸ਼ਿੰਗਾਰ ਹੈ ਵਿਅਰਥ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਮਾਠ ਗੁੰਦਾਈ ਪਟੀਆਂ, ਭਰੀਐ ਮਾਂਗ ਸੰਧੂਰੇ, ਅੱਗੇ ਗਈ ਨਾ ਮੰਨੀਆਂ, ਮਰੋਂ ਵਿਸੋਰ ਵਿਸੂਰੇ। ਚੂੜਾ ਪਨ ਪਲੰਗ ਸਿਓ ਮੁੰਦੇ, ਸਣ ਬਾਹੀ ਸਣ ਬਾਹਾ, ਇਤੇ ਵੇਸ ਕਰੇਂਦੀ ਮੁੰਦੇ, ਸੌ ਰਾਤੋ ਅਵਰਾਹਾ। ਸਤਿਗੁਰੂ ਜੀ ਆਖਦੇ ਨੇ, ਇਹ ਜੋ ਚੂੜਾ ਤੂੰ ਪਹਿਨਿਆ ਹੈ, ਇਸ ਨੂੰ ਪਾਵੇ ਨਾਲ ਹੀ ਤੋੜ ਦੇ। ਪਰ ਕਿਉਂ? ਕਿਉਂਕਿ ਤੇਰੀਆਂ ਇਹਨਾਂ ਬਾਹਾਂ ਨੂੰ ਪਤੀ ਦਾ ਕੰਠ ਨਸੀਬ ਨਹੀਂ ਹੋਇਆ। ਜਿਨ੍ਹਾਂ ਬਾਹਾਂ ਨੂੰ ਕਦੇ ਪਤੀ ਦਾ ਕੰਠ ਨਸੀਬ ਨਹੀਂ ਹੋਇਆ, ਜੋ ਬਾਹਾਂ ਕਦੇ ਪਤੀ ਦੇ ਗਲ ਦਾ ਹਾਰ ਨਹੀਂ ਬਣੀਆਂ, ਤੋੜ ਦੇ ਇਸ ਚੂੜੇ ਨੂੰ, ਤੋੜ ਦੇਣਾ ਬਾਹਾਂ ਨੂੰ। ਕਿਉਂਕਿ ਸ਼ਿੰਗਾਰ ਤੇ ਉਹੀ ਮਹਾਨ ਹੈ ਜੋ ਪਿਆਰਾ ਲੱਗੇ, ਪ੍ਰਵਾਨ ਹੋ ਜਾਏ, ਨਹੀਂ ਤੇ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ। ਸਤਿਗੁਰੂ ਜੀ ਇੱਥੇ ਜੀਵ ਇਸਤਰੀ ਨੂੰ ਸਮਝਾਉਣਾ ਕਰਦੇ ਨੇ ਕਿ ਬੜਾ ਹੀ ਧਾਰਮਿਕ ਸ਼ਿੰਗਾਰ ਕੀਤਾ, ਬੜੇ ਕਰਮ ਕਾਂਡ ਕੀਤੇ, ਪਰ ਕੰਮ ਸਿਰੇ ਨਹੀਂ ਚੜਿਆ। ਜੇ ਪ੍ਰਮਾਤਮਾ ਦਾ ਮਿਲਾਪ ਨਹੀਂ ਹੋਇਆ ਤਾਂ ਸ਼ਿੰਗਾਰ ਵਿਅਰਥ ਹੈ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਜਿਤ ਦਿਨ ਦੇਹ ਬਿਨਾਸੀ, ਤਿਤ ਵੇਲਾ ਕਹਿਸਨ ਪ੍ਰੀਤ। ਇਸ ਸੋਹਣੀ ਦੇਹੀ ਨੂੰ ਹਰ ਰੋਜ਼ ਜੀਵ ਸ਼ਿੰਗਾਰਿਆ ਹੈ ਤੇ ਬੜਾ ਪਿਆਰ ਕਰਦਾ ਇਸ ਦੇਹੀ ਨੂੰ।
ਬੜੀ ਹਿਫਾਜ਼ਤ ਦੇ ਨਾਲ ਰੱਖਦਾ ਹੈ ਔਰ ਬੜਿਆਂ ਦੇ ਨਾਲ ਸੰਬੰਧ ਜੋੜਿਆ ਹੈ ਔਰ ਬਹੁਤ ਸਾਰੇ ਤੈਨੂੰ ਸੰਬੰਧੀ ਸਮਝਦੇ ਨੇ। ਪਰ ਜਿਸ ਦਿਨ ਇਸ ਦੇਹੀ ਦੇ ਵਿੱਚੋਂ ਪ੍ਰਾਣ ਪੰਖੇਰੂ ਉੱਡ ਗਏ, ਇਹ ਸੰਬੰਧੀ ਤੈਨੂੰ ਪ੍ਰੇਤ ਕਹਿਣਗੇ, ਤੈਨੂੰ ਘਰੋਂ ਬਾਹਰ ਕੱਢ ਦੇਣਗੇ। ਅੱਧੀ ਘੜੀ ਵੀ ਕਿਸੇ ਨੇ ਤੈਨੂੰ ਘਰ ਨਹੀਂ ਰੱਖਣਾ। ਗੁਰਬਾਣੀ ਦਾ ਫਰਮਾਨ ਹੈ, ਆਦ ਕਰੀ ਕੋ ਨਾ ਰਾਖੈ ਘਰ ਤੇ ਦੇਤ ਨਿਕਾਲ। ਵੀ ਅੱਧੀ ਘੜੀ ਵੀ ਤੈਨੂੰ ਕਿਸੇ ਨੇ ਘਰ ਨਹੀਂ ਰੱਖਣਾ, ਤੈਨੂੰ ਘਰ ਤੋਂ ਕੱਢ ਦੇਣਗੇ। ਜਿਹੜਾ ਸਾਥ ਹੈ ਸਿਰਫ ਉਹ ਮਰਕਟ ਤੱਕ ਹੈ। ਅੰਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਤੇ ਜਮਦੂਤ ਨੂੰ ਕਿੱਥੇ ਲੈ ਜਾਣਗੇ ਕਿਸੇ ਨੂੰ ਕੋਈ ਪਤਾ ਨਹੀਂ। ਸਾਰਿਆਂ ਨੇ ਤੇਰਾ ਸਾਥ ਛੱਡ ਦੇਣਾ ਹੈ। ਅੰਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਠੜ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਹੇ ਜੀਵ, ਜਿਨ੍ਹਾਂ ਦੇ ਨਾਲ ਤੇਰਾ ਹੇਤ ਸੀ, ਪਿਆਰ ਸੀ, ਉਹ ਇੱਕ ਖਿਨ ਦੇ ਵਿੱਚ ਤੈਨੂੰ ਛੱਡ ਦੇਣਗੇ। ਜਿਹੜਾ ਤੇਰਾ ਸਾਥ ਹੈ ਸਿਰ ਮਰਕਟ ਤੱਕ ਹੀ ਨਿਭਿਆ। ਅੰਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੀ। ਆਖਰੀ ਪ੍ਰਾਣ ਜਦ ਨਿਕਲਦੇ ਨੇ, ਧਾਰਮਿਕ ਵਿਦਵਾਨਾਂ ਦਾ ਕਹਿਣਾ ਹੈ ਕਿ ਆਖਰੀ ਪ੍ਰਾਣ ਨਾਭੀ ਵਿੱਚ ਹੁੰਦੇ ਨੇ, ਜਿਸ ਨੂੰ ਧੁਨੀ ਵੀ ਕਹਿੰਦੇ ਨੇ। ਦਰਅਸਲ ਧੁਨ ਇੱਥੋਂ ਹੀ ਪੈਦਾ ਹੁੰਦੀ ਹੈ, ਆਵਾਜ਼ ਇੱਥੋਂ ਹੀ ਉਤਪੰਨ ਹੁੰਦੀ ਹੈ। ਜਿਹੜੀ ਆਵਾਜ਼ ਨਾਭੀ ਤੋੜਦੀ ਹੈ, ਇਸ ਨੂੰ ਕਹਿੰਦੇ ਨੇ ਪਰਾਬਾਣੀ। ਜਦ ਇਹੀ ਆਵਾਜ਼ ਹਿਰਦੇ ਤੱਕ ਪਹੁੰਚਦੀ ਹੈ, ਇਸ ਨੂੰ ਕਹਿੰਦੇ ਨੇ ਬਸੰਤੀ। ਤੇ ਜਦੋਂ ਕੰਠ ਤੱਕ ਇਹ ਆਵਾਜ਼ ਪਹੁੰਚਦੀ ਹੈ, ਇਸ ਨੂੰ ਕਹਿੰਦੇ ਨੇ ਮਧੁਮਾ। ਤੇ ਜੋ ਗੱਲਾਂ ਰਸਨਾ ਬਿਆਨ ਕਰਦੀ ਹੈ, ਇਸ ਨੂੰ ਕਹਿੰਦੇ ਨੇ ਬੈਖ। ਜਿਤਨੀ ਵੀ ਆਵਾਜ਼ ਆਉਂਦੀ ਹੈ, ਸਭ ਨਾਭੀ ਤੋਂ ਉੱਠਦੀ ਹੈ। ਤੇ ਪੂਰੀ ਨਾਭੀ ਵੀ ਦੋ ਤਰੀਕਿਆਂ ਨਾਲ ਖੁੱਲਦੀ ਹੈ। ਇੱਕ ਤਾਂ ਉਦੋਂ ਖੁੱਲਦੀ ਹੈ ਜਦੋਂ ਤਨ ਦੀ ਮੌਤ ਹੋ ਜਾਵੇ, ਤੇ ਦੂਜੀ ਉਦੋਂ ਖੁੱਲਦੀ ਹੈ ਜਦੋਂ ਮਨ ਦੀ ਮੌਤ ਹੋ ਜਾਵੇ। ਜਦੋਂ ਪਰਮਾਤਮਾ ਦਾ ਸਿਮਰਨ ਆਪਣੀ ਚਰਮ ਸੀਮਾ ਤੇ ਪਹੁੰਚਦਾ ਹੈ, ਅੱਠੇ ਪੈਰ ਅੰਦਰ ਸਿਮਰਨ ਚੱਲ ਪੈਂਦਾ ਹੈ, ਉਦੋਂ ਸਿਮਰਨ ਦੀ ਚੋੜ ਦੇ ਨਾਲ ਵੀ ਨਾਭੀ ਖੁੱਲਦੀ ਹੈ। ਤੇ ਜਦੋਂ ਆਖਰੀ ਪ੍ਰਾਣ ਨਿਕਲਦੇ ਨੇ, ਉਦੋਂ ਵੀ ਨਾਭੀ ਖੁੱਲਦੀ ਹੈ। ਤੇ ਆਖਰੀ ਪ੍ਰਾਣ ਨਾਭੀ ਵਿੱਚ ਹੁੰਦਾ ਹੈ। ਇਸ ਦਾ ਜ਼ਿਕਰ ਬਾਣੀ ਵਿੱਚ ਵੀ ਹੈ, ਆਜ ਕਾਲ ਖੁੱਲੇ ਤੇਰੀ ਕੰਠ ਦੀ। ਤੇ ਜਿਸ ਵਕਤ ਆਖਰ ਵਿੱਚ ਇਹ ਨਾਭੀ ਖੁੱਲਦੀ ਹੈ, ਬੰਦੇ ਦੀਆਂ ਮੁੱਠੀਆਂ ਬੰਦ ਹੁੰਦੀਆਂ ਨੇ, ਤਨ ਵਿੱਚ ਕਾਂਬਾ ਛਿੜ ਜਾਂਦਾ ਹੈ, ਤੇ ਦੰਦ ਵੰਝਣ ਲੱਗ ਜਾਂਦੇ ਨੇ, ਦੰਦ ਆਪਸ ਵਿੱਚ ਵੱਜਦੇ ਨੇ। ਜਦੋਂ ਇਹ ਹਾਲਤ ਹੋਵੇ ਤਾਂ ਸਮਝੋ ਜਾਂ ਤਾਂ ਤਨ ਦੀ ਮੌਤ ਹੋ ਰਹੀ ਹੈ ਜਾਂ ਮਨ ਦੀ ਮੌਤ ਹੋ ਰਹੀ ਹੈ। ਹੱਥ ਮਰੋੜੇ ਤਨ ਕੱਪੇ ਸਿਆਹ ਹੋਆ ਸੀ। ਆਖਰ ਜਦੋਂ ਇਹ ਗੰਢ ਖੁੱਲਦੀ ਹੈ, ਹੱਥ ਮੁੜਨ ਲੱਗ ਪੈਂਦੇ ਨੇ, ਤਨ ਸਿਆਹ ਹੋ ਕੇ ਫਿਰ ਚਿੱਟਾ ਹੋ ਜਾਂਦਾ ਹੈ, ਕਿਉਂਕਿ ਉਦੋਂ ਖੂਨ ਪਾਣੀ ਬਣ ਜਾਂਦਾ ਹੈ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਜੇਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਮਨੁੱਖ ਜੋ ਵੀ ਬੀਜ ਬੀਜਦਾ ਹੈ, ਉਹਦਾ ਫਲ ਹੀ ਉਹਨੂੰ ਮਿਲਦਾ ਹੈ, ਕਿਉਂਕਿ ਸਰੀਰ ਕਰਮਾਂ ਦੀ ਖੇਤੀ ਹੈ। ਵਚਨ ਅਸੀਂ ਪੜ੍ਹਦੇ ਹਾਂ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਇਸ ਸਰੀਰ ਰੂਪੀ ਖੇਤ ਦੇ ਵਿੱਚ ਜੀਵ ਜੋ ਕੁਝ ਵੀ ਬੀਜਦਾ ਹੈ, ਉਸ ਦਾ ਫਲ ਉਸ ਨੂੰ ਮਿਲਦਾ ਹੈ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਦੋ ਮਹੀਨੇ ਦਾ ਉਪਦੇਸ਼ ਕਰਦਿਆਂ ਫਰਮਾਨ ਕਰਦੇ ਨੇ ਕਿ ਇਹ ਜੀਵ ਅਰਦਾਸ ਕਰ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਮੈਂ ਸ਼ਰਨਾਗਤ ਹਾਂ, ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਮਿਹਰ ਕਰ, ਬਖਸ਼ਿਸ਼ ਕਰ,
ਆਪਣੇ ਗੁਣਾਂ ਦਾ ਜਹਾਜ਼ ਦੇ, ਤਾਂ ਜੋ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ, ਇਸ ਸੰਸਾਰ ਤੋਂ ਪਾਰ ਹੋਵਾਂ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਸੇ ਭਾਦੋ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੈ। ਜਿਨ੍ਹਾਂ ਦੇ ਸਿਰ ਉਤੇ ਗੁਰੂ ਰਖਵਾਲਾ ਹੋਵੇ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੋਵੇ, ਭਾਦਰੋਂ ਮਹੀਨੇ ਦਾ ਉਪਦੇਸ਼, ਉਹ ਨਰਕਾਂ ਵਿੱਚ ਨਹੀਂ ਜਾਂਦੇ, ਉਹ ਦੁਖੀ ਨਹੀਂ ਹੁੰਦੇ, ਪੀੜਤ ਨਹੀਂ ਹੁੰਦੇ। ਉਹਨਾਂ ਦਾ ਸਾਰਾ ਮਹੀਨਾ ਆਨੰਦ ਤੇ ਸੁਖਮਈ ਬਤੀਤ ਹੁੰਦਾ ਹੈ।